ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ, ਮਿਲ ਕੇ ਕਰ ਹੈ ਕਹਾਣੀਆਂ ਸਮਰੱਥ ਕੰਤ ਕੀਆ। ਜੁਗੋ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੀ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਮੂਹ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦਿਆਂ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਜੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ, ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਔਰ ਬਿਰਤੀਆਂ ਸਤਿਗੁਰੂ ਜੀ ਦੇ ਸ਼ਬਦ ਨਾਲ ਜੋੜੀਏ। ਮਨ ਔਰ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ 8 ਦੋ ਤੁਕੇ 7 ਇਕ ਤੁਕਾ ਇਕ ਇਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਹੈ ਔਰ ਸ਼੍ਰੀ ਕਬੀਰ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਆਰੰਭ ਹੋ ਰਹੀ ਹੈ। ਸ਼ਬਦ ਜਿੰਨੇ ਅੱਗੇ ਆਉਣੇ ਹੈ ਉਹਨਾਂ ਦਾ ਸਿਰਲੇਖ ਵਿੱਚ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਨੇ ਬਾਣੀ ਲਿਖਣ ਵੇਲੇ ਬਾਣੀ ਦੀ ਨਿਯਮਾਵਲੀ ਦਾ ਬੜਾ ਭਾਰੀ ਪਾਲਣ ਕੀਤਾ ਹੈ। ਸ਼ਬਦਾਂ ਦੀ ਗਿਣਤੀ, ਉਹਨਾਂ ਦਾ ਜੋੜ, ਉਹ ਗਰੀਬ ਨਵਾਜ ਪਾਤਸ਼ਾਹ ਜੀ ਨੇ ਹਰ ਸ਼ਬਦ ਦੇ ਨਾਲ ਨਾਲ ਕੀਤਾ। ਪਿੱਛੇ ਜਿਵੇਂ ਕਬੀਰ ਜੀ ਦੇ ਉਚਾਰਨ ਕੀਤੇ ਹੋਏ 22 ਚੌਪਦੇ ਤਥਾ ਪੰਚਪਦੇ, ਯਾਨੀ ਕਿ 22 ਸ਼ਬਦ ਆਏ ਨੇ ਜਿਨ੍ਹਾਂ ਵਿੱਚ ਪੰਚਪਦੇ ਵੀ ਨੇ ਤੇ 4 ਪਦੇ ਵੀ ਨੇ। ਇੱਥੇ ਅੱਗੇ ਫੇਰ ਆਸਾ ਵਿੱਚ ਕਬੀਰ ਜੀ ਦੇ ਵਚਨ ਪ੍ਰਾਰੰਭ ਹੋ ਰਹੇ ਨੇ। 3 ਪਦਿਆਂ ਵਾਲੇ 8 ਸ਼ਬਦ ਹੋਣਗੇ ਤੇ ਪਦੇ 8, ਕਿ ਕੱਲ ਨੂੰ ਕਿਸੇ ਪ੍ਰਕਾਰ ਦਾ ਕੋਈ ਰਲਗੜ ਨਾ ਕਰੇ। ਸ਼ਬਦਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਣਤੀ ਦੇ ਵਿੱਚ ਲਿਖ ਦਿੱਤਾ ਹੈ ਕਿ 3-3 ਪਦਿਆਂ ਵਾਲੇ 8 ਸ਼ਬਦ ਅੱਗੇ ਆਉਣਗੇ। ਫਿਰ 2 ਤੁੱਕਿਆਂ ਵਾਲੇ ਜਿਹੜੇ ਸ਼ਬਦ ਨੇ ਉਹ 7 ਆਉਣਗੇ। 2 ਤੁੱਕੇ 7। ਫਿਰ 1 ਤੁੱਕਾ 1, 1 ਤੁੱਕ 1 ਪੰਕਤੀ ਵਾਲਾ ਸ਼ਬਦ ਉਹ ਕੇਵਲ 1 ਹੋਵੇਗਾ। ਇੱਦਾਂ ਕੁੱਲ ਸ਼ਬਦਾਂ ਦਾ ਜੋੜ 16 ਹੋ ਗਿਆ। 3 ਪਦਿਆਂ ਵਾਲੇ 8 ਸ਼ਬਦ, 2 ਤੁੱਕਿਆਂ ਵਾਲੇ 7 ਸ਼ਬਦ, 1 ਤੁੱਕੇ ਵਾਲਾ ਸ਼ਬਦ ਕੇਵਲ 1 ਹੈ। ਇਹ ਸਿਰਲੇਖ ਵਿੱਚ ਸਾਰੇ ਸ਼ਬਦਾਂ ਦਾ ਵੇਰਵਾ ਦੇ ਕੇ ਆਰੰਭਤਾ ਤੋਂ ਪਹਿਲਾਂ ਮਹਾਰਾਜ ਜੀ ਦੇ ਬੰਗਲਾ ਚਰਨ ਕੀਤਾ ਹੈ ਕਬੀਰ ਜੀ ਨੇ। 1
जो अद्वितीय है, जिस वर्गा कोई दूजा नहीं है, जो सजाती विजाती और सावगत तिन्ना भेदां तो रहत है, एक कहण ते दुतिया नासत हो जाता है। एक कहण नाल द्वैश की भी निवृत्ति हो जाती है। एक पिता एक सके हम बारक तू मेरा गुर हाई, एक अद्वितीय ओंकार ओही सारियां दा प्रकाशक है, जो सर्ब दा प्रकाशक है और सारियां विच व्यापक है, जिस दे चानणे नाल सारे जगत विच चानणा है। सतगुर प्रसाद सत दा उपदेश देण वाले गुरु। गुरु तां संसार दे विच बड़े अपने आप नूं कहाउंदे आ, कईयां दे नां नाल ही गुरु लगदा है, और कई ਜਿਹੜੇ ਗੁਰ ਦਿੰਦੇ ਆ ਉਸਤਾਦ ਸ਼ਾਗਿਰਦੀ ਦਾ ਕੰਮ ਕਰਦੇ ਆ, ਉਹ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ। ਕਈ ਦੰਭੀ ਤੇ ਪਖੰਡੀ ਵੀ ਹਨ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ। ਮਹਾਰਾਜ ਜੀ ਨੇ ਇੱਥੇ ਗੁਰੂ ਤੋਂ ਪਹਿਲਾਂ 7 ਵਿਸ਼ੇਸ਼ਣ ਕਹਿ ਦਿੱਤਾ ਹੈ, ਜਿਹੜਾ ਸੱਚ ਦਾ ਉਪਦੇਸ਼ ਦੇਣ ਵਾਲਾ ਗੁਰੂ ਹੈ। ਗੁਰੂ ਦਾ ਵਿਸ਼ੇਸ਼ਣ ਨਾਲ ਦੱਸ ਦਿੱਤਾ, ਕੈਸਾ ਗੁਰੂ ਜਿਹੜਾ ਸੱਚ ਦਾ ਉਪਦੇਸ਼ ਦੇਵੇ। ਸੱਚ ਦਾ ਉਪਦੇਸ਼ ਦੇਣ ਵਾਲੇ ਗੁਰੂ ਦੇ ਪ੍ਰਸਾਦ ਕਹੀਏ ਕਿਰਪਾ ਦੁਆਰਾ। ਪ੍ਰਸਾਦ ਦਾ ਅਰਥ ਹੈ ਕਿਰਪਾ ਰਾਹੀ, ਕਿਰਪਾ ਦੁਆਰਾ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪ੍ਰਕਾਸ਼ ਰੂਪ ਬ੍ਰਹਮ ਸਰੂਪ ਇੱਕ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਕੈਸਾ ਸਮਰੱਥ ਦੇਵ ਹੈ, ਜਿਸ ਨੇ ਮਾਂ ਦੀ ਰਕਤ ਔਰ ਪਿਤਾ ਦੇ ਬਿੰਦ ਤੋਂ ਇਸ ਪਿੰਡ ਦੀ, ਇਸ ਸਰੀਰ ਦੀ ਰਚਨਾ ਕੀਤੀ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ੍ਰੇਸ਼ਟ ਘਾੜਤ ਹੈ ਔਰ ਸ੍ਰੇਸ਼ਟ ਰਚਨਾ ਹੈ। ਤਾਂ ਹੀ ਉਹਨੂੰ ਸੁਗੜ ਕਿਹਾ, ਸੁਗੜ ਸ੍ਰੇਸ਼ਟ ਘਾੜਤ ਕੱਢਣ ਵਾਲਾ। ਐਸਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ, ਜਿਸ ਨੇ ਮਾਂ ਦੀ ਰਕਤ ਔਰ ਪਿਤਾ ਦੇ ਬਿੰਦ ਤੋਂ ਇਸ ਪਿੰਡ ਦੀ ਰਚਨਾ ਕਰਕੇ, ਸਰੀਰ ਦੀ ਰਚਨਾ ਕਰਕੇ 10 ਮਹੀਨਿਆਂ ਵਾਸਤੇ ਮਾਤਾ ਦੇ ਉਦਰ ਦੀ ਅਗਨੀ ਦੇ ਵਿੱਚ ਇਹਦੀ ਰੱਖਿਆ ਕੀਤੀ। ਅਗਨ ਉਦਰ ਵਿੱਚ ਰੱਖਿਆ, ਜਿੱਥੇ ਮਾਤਾ ਦੇ ਉਦਰ ਦੇ ਵਿੱਚ ਪ੍ਰਚੰਡ ਅਗਨੀ ਪ੍ਰਬਲ ਹੈ, ਉੱਥੇ ਇਸ ਦੇ ਕੋਮਲ ਜੇ ਸਰੀਰ ਨੂੰ, ਕੋਮਲ ਜੀ ਕਾਇਆ ਨੂੰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੇ ਉਸ ਅੱਗ ਦੇ ਸੇਕ ਤੋਂ ਰੱਖਿਆ, ਉਸ ਅੱਗ ਦੇ ਸੇਕ ਤੋਂ ਬਚਾਇਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰ। ਜਿੱਥੇ ਉਹ ਰੱਖਿਆ ਕਰਦਾ ਹੈ, ਉਸ ਅਗਨੀ ਦਾ ਸੇਕ ਇਸ ਜੀਵ ਦੇ ਤਨ ਨੂੰ, ਇਸ ਦੀ ਕਾਇਆ ਨੂੰ ਲੱਗਣ ਨਹੀਂ ਦਿੰਦਾ। ਐਸਾ ਉਹ ਰੱਖਿਆ ਕਰਨ ਵਾਲਾ ਰਖਵਾਲਾ ਹੈ। 10 ਮਾਸ ਮਾਤਾ ਉਦਰ ਰਾਖਿਆ, ਬਾਹਰ ਲਾਗੀ ਮਾਇਆ। 10 ਮਹੀਨਿਆਂ ਦੇ ਸਮੇਂ ਤੱਕ ਮਾਤਾ ਦੇ ਉਦਰ ਦੇ ਵਿੱਚ ਉਸ ਵਾਹਿਗੁਰੂ ਨੇ ਤੈਨੂੰ ਰੱਖਿਆ, ਜਿੱਥੇ ਤੈਨੂੰ ਕਿਸੇ ਪ੍ਰਕਾਰ ਦੇ ਹੱਥ ਪੈਰ ਨਹੀਂ ਸੀ ਮਾਰਨੇ ਪੈਂਦੇ, ਤੈਨੂੰ ਭੱਜ ਨੱਠ ਨਹੀਂ ਸੀ ਕਰਨੀ ਪੈਂਦੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੇਰੀ ਰੋਜੀ ਰੋਟੀ ਦਾ ਪ੍ਰਬੰਧ ਉੱਥੇ ਕਰਕੇ ਰੱਖਿਆ ਸੀ। 10 ਮਹੀਨਿਆਂ ਤੱਕ ਤੇਰੀ ਉਸਨੇ ਪਰਵਰਿਸ਼ ਕੀਤੀ ਹੈ, ਤੇਰੀ ਰੱਖਿਆ ਕੀਤੀ। ਤੇ ਹੁਣ ਜਦੋਂ ਜਨਮ ਹੋ ਗਿਆ ਤੇ ਤੈਨੂੰ ਮਾਇਆ ਚਿੰਬੜ ਗਈ ਕਿ ਹੁਣ ਨਹੀਂ ਪਾਲੇਗਾ ਤੈਨੂੰ ਉਹ। ਕਿਸ ਗੱਲ ਦੀ ਚਿੰਤਾ ਹੈ ਤੇਰੇ ਹਿਰਦੇ 'ਚ, ਕਿਸ ਗੱਲ ਦਾ ਫਿਕਰ ਹੈ? ਕਬੀਰ ਜੀ ਪੁੱਛਦੇ, ਕਬੀਰ ਜੀ ਸਵਾਲ ਕਰਦੇ ਹੈ ਕਿ ਜਿਹੜਾ 10 ਮਹੀਨਿਆਂ ਤੱਕ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੈਨੂੰ ਮਾਤਾ ਦੇ ਉਦਰ ਦੇ ਵਿੱਚ ਰੱਖਦਾ ਰਿਹਾ, ਉੱਥੇ ਤੇਰੇ ਸਰੀਰ ਦੀ ਰੱਖਿਆ ਕਰਕੇ ਤੈਨੂੰ ਪਾਲਦਾ ਰਿਹਾ, ਕਿ ਜਨਮ ਲੈਂਦਿਆਂ ਸਾਰ ਤੈਨੂੰ ਮਾਇਆ ਚਿੰਬੜ ਗਈ, ਤੈਨੂੰ ਮਮਤਾ ਚਿੰਬੜ ਗਈ, ਲੋਭ ਚਿੰਬੜ ਗਿਆ।
ਕਹਿਣ ਲੱਗੇ ਕਿ ਭਲਾ ਹੁਣ ਤੇਰੀ ਉਹ ਰੱਖਿਆ ਨਹੀਂ ਕਰੇਗਾ, ਹੁਣ ਤੈਨੂੰ ਪਾਲੇਗਾ ਨਹੀਂ? ਜਿਹੜਾ ਉੱਥੇ ਤੈਨੂੰ ਪਾਲਦਾ ਰਿਹਾ ਤੈਨੂੰ ਇੱਥੇ ਵੀ ਪਾਲੇਗਾ। ਇਹ ਤੇਰਾ ਭੁਲੇਖਾ ਹੈ ਕਿ ਸ਼ਾਇਦ ਹੁਣ ਮੈਂ ਆਪ ਹੱਥ ਪੈਰ ਮਾਰਾਂ, ਆਪ ਮਨ 'ਚ ਲੋਭ ਲਾਲਸਾ ਦੀ ਬਿਰਤੀ ਰੱਖਾਂ ਤੇ ਮੇਰੀ ਪਰਵਰਿਸ਼ ਹੋਵੇਗੀ। ਜਿਸ ਨੇ ਪੈਦਾ ਕੀਤਾ ਉਸ ਵਿਧਾਤੇ ਨੂੰ ਤੇਰਾ ਫਿਕਰ ਹੈ, ਤੇਰੀ ਚਿੰਤਾ ਹੈ। ਤੂੰ ਨਾਹਕ ਬਿਨਾਂ ਕਾਰਨ ਤੋਂ ਆਪਣੇ ਹਿਰਦੇ ਵਿੱਚ ਦੁਚਿੱਤੀ ਰੱਖ ਕੇ ਚਿੰਤਾਗ੍ਰਸਤ ਹੋ ਰਿਹਾ ਹੈ। ਜਿਸ ਦਾਤੇ ਨੇ 10 ਮਹੀਨਿਆਂ ਤੱਕ ਤੇਰੀ ਰੱਖਿਆ ਕੀਤੀ ਹੈ, ਮਾਤਾ ਦੇ ਉਦਰ ਵਿੱਚ ਤੇਰੀ ਪਾਲਣਾ ਕੀਤੀ ਹੈ, ਉਹ ਹੁਣ ਵੀ ਜਨਮ ਲੈਣ ਤੋਂ ਬਾਅਦ ਵੀ ਤੇਰੀ ਪਾਲਣਾ ਕਰੇਗਾ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਇਹ ਪ੍ਰਾਣੀ ਤੂੰ ਕਾਹਨੂੰ ਲੋਭ ਦੇ ਵਿੱਚ, ਲਾਲਚ ਦੇ ਵਿੱਚ ਲੱਗਾ ਹੋਇਆ? ਪਾਤਸ਼ਾਹ ਕਹਿੰਦੇ ਲੋਭ ਦੇ ਬਰਾਬਰ ਇਸ ਸੰਸਾਰ ਦੇ ਵਿੱਚ ਕੋਈ ਪਾਪ ਨਹੀਂ ਹੈ। ਜਹਾਂ ਲੋਭ ਤਹ ਪਾਪ ਹੈ। ਜਿੱਥੇ ਲੋਭ ਹੈ ਉੱਥੇ ਪਾਪ ਹੋਵੇਗਾ ਹੀ ਹੋਵੇਗਾ। ਜਿੱਥੇ ਲਾਲਚ ਆ ਉੱਥੇ ਪਾਪ ਦੀ ਬਿਰਤੀ ਸੁਤੇ ਸਿੱਧ ਸੁਭਾਵਕ ਪ੍ਰਗਟ ਹੋਵੇਗੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਿੱਥੇ ਕੇਵਲ ਆਪਣੀ ਲੋੜ ਦੀ ਪੂਰਤੀ ਦੀ ਇੱਛਾ ਹੋਵੇ ਉਹਨੂੰ ਲੋਭ ਨਹੀਂ ਕਹਿੰਦੇ। ਜਦੋਂ ਆਪਣੀਆਂ ਲੋੜਾਂ ਤੋਂ ਵੱਧ ਦੀ ਕਾਂਖਾ ਰੱਖ ਕੇ ਕਿਸੇ ਦੂਜੇ ਦਾ ਗਲ ਕੱਟਣ ਲੱਗਦਾ ਤੇ ਫਿਰ ਪਾਪ ਹੋਵੇਗਾ ਹੀ ਹੋਵੇਗਾ, ਲੋਭ ਵਸ ਹੋ ਕੇ। ਲੋਭ ਪਾਪ ਦਾ ਜਨਕ ਹੈ, ਇਦਾਂ ਕਹਿ ਸਕਦੇ ਆ, ਬਾਪ ਹੈ ਪਾਪ ਦਾ ਲੋਭ। ਇਹ ਪਾਪਾਂ ਨੂੰ ਜਨਮ ਦਿੰਦਾ, ਦੁਰਾਚਾਰ ਨੂੰ ਜਨਮ ਦਿੰਦਾ। ਤੋ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਪ੍ਰਾਣੀ ਤੂੰ ਕਾਹਨੂੰ ਲੋਭ ਦੇ ਵਿੱਚ ਲੱਗਾ ਹੋਇਆ, ਜਿਹੜਾ 10 ਮਹੀਨਿਆਂ ਤੱਕ ਤੇਰੀ ਪਾਲਣਾ ਕਰਦਾ ਰਿਹਾ। ਜਦੋਂ ਤੂੰ ਬਿਲਕੁਲ ਹੀ ਅਸਮਰੱਥ ਸੀ, ਤੇਰੇ ਅੰਦਰ ਕੇਵਲ ਉਸ ਨਿਰੰਕਾਰ ਦਾ ਚਿੰਤਨ ਸੀ ਔਰ ਉਸੇ ਦਾ ਚਿੰਤਨ ਤੈਨੂੰ ਪਾਲ ਰਿਹਾ ਸੀ, ਤੇ ਹੁਣ ਜਨਮ ਲੈਂਦਿਆਂ ਮਨ 'ਚ ਲੋਭ ਦੀ ਬਿਰਤੀ ਰੱਖ ਕੇ ਤੂੰ ਕਿਉਂ ਚਿੰਤਾਗ੍ਰਸਤ ਹੋ ਰਿਹਾ ਹੈ ਕਿ ਹੁਣ ਤੈਨੂੰ ਉਹ ਪਾਲੇਗਾ ਨਹੀਂ? ਪਾਤਸ਼ਾਹ ਨੇ ਲੋਭ ਨੂੰ ਕੁੱਤੇ ਦੇ ਨਾਲ ਤਸਬੀਹ ਦਿੱਤੀ ਹੈ। ਸਾਹਿਬ ਕਹਿੰਦੇ ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ। ਲੋਭ ਨੂੰ ਕੂਕਰ ਦੇ ਨਾਲ ਤਸਬੀਹ ਦਿੱਤੀ ਹੈ। ਜਿਵੇਂ ਕੂਕਰ ਕੁੱਤਾ ਭੱਖ ਅਭੱਖ ਸਭ ਖਾਈ ਜਾਂਦਾ ਹੈ। ਖਾਣਾ ਹੈ ਕਿ ਨਹੀਂ ਖਾਣਾ ਉਹਨੇ ਸਭ ਪੱਖੀ ਜਾਣਾ। ਇਸੇ ਤਰ੍ਹਾਂ ਲੋਭੀ ਮਨੁੱਖ ਵੀ ਭੱਖ ਅਭੱਖ ਸਭ ਪੱਖੀ ਜਾਂਦਾ। ਉਹ ਇਹ ਨਹੀਂ ਵੇਖਦਾ ਕਿ ਮੈਂ ਕਿਸੇ ਗਰੀਬ ਦਾ ਹੱਕ ਖਾਣ ਲੱਗਾ, ਇਹ ਮੈਨੂੰ ਕੀ ਬਦਸੀਸ ਦੇਵੇਗਾ। ਉਹ ਇਹ ਨਹੀਂ ਵੇਖਦਾ ਕਿ ਮੈਂ ਜਿਸ ਕੋਲੋਂ ਰਿਸ਼ਵਤ ਮੰਗ ਰਿਹਾ ਉਹ ਕਿਵੇਂ ਇਹਦਾ ਪ੍ਰਬੰਧ ਕਰੇਗਾ, ਉਹਦੇ ਪੱਲੇ 'ਚ ਕੀ ਹੈ। ਉਹਨੇ ਨਹੀਂ ਵੇਖਣਾ, ਉਹਦੇ ਅੰਦਰ ਦਇਆ ਨਹੀਂ ਹੈ। ਉਹਨੇ ਕੇਵਲ ਆਪਣਾ ਸਵਾਰਥ ਪੂਰਾ ਕਰਨਾ ਕਿ ਇਹ ਕੰਮ ਮੈਂ ਇੰਨੇ ਪੈਸਿਆਂ ਵਿੱਚ ਕਰਨਾ, ਇਹ ਮੇਰੀ ਫੀਸ ਹੈ। ਇਦਾਂ ਦੀ ਬਿਰਤੀ ਬਣਾਈ ਹੋਈ ਹੈ ਤਾਂ ਉਹਦੇ ਤੋਂ ਟਾਲਾ ਨਹੀਂ ਵੱਟਦਾ। ਭਾਵੇਂ ਸਰਕਾਰਾਂ ਜਾਂ ਉਹ ਮਹਿਕਮੇ ਉਹਨਾਂ ਨੂੰ ਉਸ ਕੀਤੇ ਹੋਏ ਕੰਮ ਦੀ ਤਨਖਾਹ ਵੀ ਦਿੰਦੇ ਹੋਣ, ਪਰ ਉਹਨਾਂ ਆਪਣੀ ਵੱਖਰੀ ਫੀਸ ਨਾਲ ਲਾਗੂ ਕੀਤੀ ਹੋਈ। ਜਿਵੇਂ ਮਰਜ਼ੀ ਪ੍ਰਬੰਧ ਕਰ ਬਈ, ਘਰ ਵੇਚਣਾ ਪਏ ਘਰ ਵੇਚ ਕੇ ਆ, ਸਾਨੂੰ ਕੀ। ਇਤਨਾ ਨਿਰਦਈ ਬਣਾ ਕੇ ਰੱਖ ਦਿੰਦਾ ਲੋਭ। ਉਹ ਭੱਖ ਅਭੱਖ ਸਭ ਖਾਈ ਜਾਂਦਾ ਹੈ। ਇਹ ਨਹੀਂ ਵੇਖਦਾ ਕਿ ਇਹਦੇ ਤੇ ਤਰਸ ਕਰਦਾ ਕਿ ਨਹੀਂ ਕਰਨਾ, ਇਹ ਗਰੀਬ ਹੈ ਕਿ ਕੰਗਲਾ ਹੈ, ਕੈਸਾ ਹੈ। ਲੋਭੀ ਮਨੁੱਖ ਐਸੇ ਹਲਕਾਏ ਹੋਏ ਕੁੱਤੇ ਦੇ ਸਮਾਨ ਹੁੰਦਾ ਜਿਹੜਾ ਆਪਣੇ ਮਾਲਕ ਨੂੰ ਹੀ ਕੱਟਣ ਲੱਗ ਪੈਂਦਾ, ਆਪਣੇ ਮਾਲਕ ਨੂੰ ਹੀ ਵੱਢਣ ਲੱਗ ਪੈਂਦਾ ਹੈ। ਤੋ ਪਾਤਸ਼ਾਹ ਕਹਿੰਦੇ ਹੈ ਪ੍ਰਾਣੀ ਤੂੰ ਕਿਸ ਗੱਲੇ ਲੋਭ ਵਿੱਚ ਲੱਗਾ ਹੋਇਆ। ਪ੍ਰਾਣੀ ਕਾਹੇ ਕੋ ਲੋਭ ਲਾਗੇ, ਤੂੰ ਕਾਹਨੂੰ ਲੋਭ ਦੇ ਵਿੱਚ ਲੱਗਾ ਹੋਇਆ। ਰਤਨ ਜਨਮ ਖੋਇਆ, ਤੂੰ ਆਪਣਾ ਕੀਮਤੀ ਰਤਨ ਜਨਮ ਖੋ ਰਿਹਾ, ਗਵਾ ਰਿਹਾ। ਤੇਰਾ ਇਹ ਜਨਮ ਬੜਾ ਕੀਮਤੀ ਰਤਨ ਹੈ ਤੇ ਲਾਲਚ ਵਸ ਹੋ ਕੇ ਕੌਡੀਆਂ ਦੇ ਭਾਅ ਆਪਣੇ ਇਸ ਕੀਮਤੀ ਰਤਨ ਜਨਮ ਨੂੰ ਤੂੰ ਗਵਾ ਰਿਹਾ ਹੈ।
ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ। ਪੂਰਬਲੇ ਜਨਮ ਦੇ ਵਿੱਚ ਜੋ ਇਸ ਕਰਮ ਭੂਮੀ ਨੂੰ ਤੂੰ ਪ੍ਰਾਪਤ ਕੀਤਾ, ਇਹ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਸਦਕਾ ਹੈ। ਹੁਣ ਇਸ ਕਰਮ ਭੂਮੀ ਨੂੰ ਪ੍ਰਾਪਤ ਕਰਕੇ ਤੂੰ ਇਹਦੇ ਵਿੱਚ ਨਿਰੰਕਾਰ ਦੀ ਬੰਦਗੀ ਦਾ ਬੀਜ ਨਹੀਂ ਬੀਜਿਆ। ਜਗਤ ਗੁਰੂ ਬਾਬਾ ਜੀ ਦਾ ਫਰਮਾਨ ਉਹਦੀ ਪਾਲਣਾ ਨਹੀਂ ਕੀਤੀ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀਸੇ, ਕਰ ਭਾਗਠ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੁਝੈ ਕੋਏ। ਇਹ ਸਰੀਰ ਰੂਪੀ ਕਰਮ ਭੂਮੀ ਵਿੱਚ, ਕਰਮ ਭੂਮੀ ਹੈ ਗੁਰੂ ਖਾਲਸਾ ਜੀ। 84 ਲੱਖ ਜੋਨੀਆਂ ਤੋਂ ਇਲਾਵਾ ਜਿਤਨੇ ਦੇਵਤੇ ਤੇ ਦੇਵੀਆਂ ਨੇ, ਗੁਪਤ ਮੰਡਲ ਦੀਆਂ ਜਿਤਨੀਆਂ ਵੀ ਸ਼ਕਤੀਆਂ ਨੇ, ਕਿਸੇ ਨੂੰ ਵੀ ਕਰਮ ਭੂਮੀ ਦੀ ਪ੍ਰਾਪਤੀ ਨਹੀਂ ਹੋਈ ਸਿਵਾਏ ਮਨੁੱਖ ਦੇ। ਕੇਵਲ ਇੱਕ ਮਨੁੱਖ ਕੋਟੀ ਐਸੀ ਕੋਟੀ ਹੈ ਜਿਸ ਵਿੱਚ ਕਰਮ ਭੂਮੀ ਹੈ। ਆ ਕਾਇਆ ਕਰਮ ਭੂਮੀ, ਬਾਕੀ ਸਭ ਭੋਗ ਜੋਨੀਆਂ ਨੇ, ਪਸ਼ੂਆਂ ਦੀਆਂ ਭੋਗ ਜੋਨੀਆਂ ਨੇ। ਜਿੰਨੇ ਪੰਛੀ ਨੇ ਉਹ ਕੇਵਲ ਆਪਣੇ ਕਰਮਾਂ ਦਾ ਭੋਗ ਭੋਗ ਰਹੇ ਨੇ। ਦੇਵਤੇ ਵੀ ਨੇ, ਉਹ ਵੀ ਕੇਵਲ ਕਰਮਾਂ ਦਾ ਭੋਗ ਭੋਗ ਰਹੇ ਨੇ। ਕਰਮਾਂ ਦਾ ਬੀਜ ਬੀਜਣ ਲਈ ਅਗਰ ਕੋਈ ਜੋਨੀ ਅਕਾਲ ਪੁਰਖ ਪਰਮੇਸ਼ਰ ਨੇ ਬਣਾਈ ਹੈ ਤਾਂ ਉਹ ਜੋਨੀ ਕੇਵਲ ਮਨੁੱਖ ਦੀ ਜੋਨੀ ਹੈ, ਮਾਨਵ ਦੀ ਜੋਨੀ ਹੈ। ਇਹ ਕਰਮ ਭੂਮੀ ਹੈ ਕਾਇਆ। ਇਹਦੇ ਵਿੱਚ ਜਿੱਥੇ ਅਸੀਂ ਕਰਮਾਂ ਦਾ ਭੋਗ ਭੋਗ ਰਹੇ ਹਾਂ, ਉੱਥੇ ਨਾਲ ਕਰਮਾਂ ਦਾ ਬੀਜ ਬੀਜ ਵੀ ਰਹੇ ਹਾਂ। ਤੋ ਪਾਤਸ਼ਾਹ ਇਸੇ ਕਰਕੇ ਕਹਿੰਦੇ ਕਰਮ ਭੂਮ ਮੈਂ ਬੋਵਹੁ ਨਾਮ। ਇਸ ਕਰਮ ਭੂਮੀ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਬੀਜ ਬੀਜੋ, ਨਿਰੰਕਾਰ ਦੀ ਇਬਾਦਤ ਦਾ ਬੀਜ ਬੀਜੋ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੂਰਬਲੇ ਜਨਮਾਂ ਦੇ ਪੁੰਨ ਕਰਮਾਂ ਸਦਕਾ ਇਸ ਮਨੁੱਖੀ ਸਰੀਰ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਪਰ ਸੱਜਣਾ, ਤੂੰ ਇਸ ਕਰਮ ਭੂਮੀ ਵਿੱਚ ਨਿਰੰਕਾਰ ਦੇ ਨਾਮ ਦਾ ਬੀਜ ਨਹੀਂ ਬੀਜਿਆ, ਬੀਜ ਨਹੀਂ ਬੋਇਆ। ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਬੀਜ ਉਹ ਨਹੀਂ ਬੀਜਿਆ। ਰਹਾਉ ਬਾਰਿਕ ਤੇ ਬਿਰਦ ਭਇਆ, ਹੋਣਾ ਸੋ ਹੋਇਆ। ਕਹਿੰਦੇ ਬਾਰਕ ਤੋਂ ਬਿਰਧ ਹੋ ਗਏ। ਬਚਪਨ ਦੀ ਅਵਸਥਾ ਤੋਂ ਲੈ ਕੇ ਕਹਿੰਦੇ ਬੁਢੇਪੇ ਤੱਕ ਆ ਗਏ। ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ। ਇਹੀ ਤਾਂ ਹੋਣਾ ਹੁੰਦਾ ਹੈ। ਜਨਮ ਹੋਇਆ, ਬਚਪਨ ਦੀ ਅਵਸਥਾ ਤੋਂ ਜਿਉਂ-ਜਿਉਂ ਜੀਵਨ ਬੀਤਦਾ ਚਲਿਆ ਗਿਆ, ਸਮਾਂ ਬੀਤਦਾ ਚਲਾ ਗਿਆ, ਆਖਰਕਾਰ ਬਿਰਧ ਅਵਸਥਾ ਤੱਕ ਪਹੁੰਚ ਗਿਆ। ਇਹੀ ਹੋਣਾ ਸੀ ਨਾ। ਕਬੀਰ ਜੀ ਕਹਿੰਦੇ ਹੋਣਾ ਸੋ ਹੋਇਆ। ਜੋ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਇਹਨੂੰ ਕੋਈ ਰੋਕ ਨਹੀਂ ਸਕਦਾ। ਜਵਾਨੀ ਤੋਂ ਬੁਢੇਪੇ ਤੱਕ ਦੀ ਇਸ ਯਾਤਰਾ ਨੂੰ ਬਤੀਤ ਕਰਨਾ ਸੀ, ਜਿਹੜੀ ਪਰਮੇਸ਼ਰ ਨੇ ਅਵਧੀ ਦਿੱਤੀ ਆ, ਉਮਰ ਦਿੱਤੀ, ਉੱਥੇ ਤੱਕ ਤਾਂ ਪਹੁੰਚਣਾ ਹੀ ਸੀ। ਇਹ ਹੋਣਾ ਸੀ, ਉਹ ਹੋ ਗਿਆ। ਜਾਂ ਜਮ ਆਏ ਚੋਟ ਪਕੜੈ, ਤਬੈ ਕਾਹੇ ਰੋਇਆ। ਜਾਂ ਜਮ ਆਏ ਝੋਟ, ਝੋਟ ਕਹਿੰਦੇ ਆ ਕੇਸਾਂ ਨੂੰ। ਆਮ ਕਰਕੇ ਸਾਡੇ ਪੰਜਾਬੀ ਦਾ ਸ਼ਬਦ ਕਹਿ ਦਿੰਦੇ ਆ। ਸਿਰ ਦੇ ਕੇਸਾਂ ਦੇ ਬਾਬਤ ਜੇ ਕਿਸੇ ਨੂੰ ਕਰੂਰ ਸ਼ਬਦਾਂ ਦੇ ਵਿੱਚ ਸੰਬੋਧਨ ਕਰਨਾ ਹੋਵੇ ਤੇ ਝਾਟਾ ਸ਼ਬਦ ਵਰਤਿਆ ਜਾਂਦਾ। ਕਬੀਰ ਜੀ ਮਹਾਰਾਜ ਇੱਥੇ ਥੋੜੇ ਜਿਹੇ ਕਰੜੇ ਸ਼ਬਦਾਂ ਦੇ ਵਿੱਚ ਕਹਿ ਰਹੇ, ਜਦੋਂ ਤੇਰਾ ਜੂੜਾ ਫੜਿਆ ਨਾ ਆ ਕੇ ਜੰਮਾ ਨੇ,
ਜੋ ਹੋਣਾ ਸੀ ਹੋ ਗਿਆ। ਬਚਪਨ ਤੋਂ ਬੁਢੇਪੇ ਤੋਂ ਬਾਅਦ ਤਾਂ ਫਿਰ ਹੁਣ ਜੰਮਾ ਨਹੀਂ, ਆ ਕੇ ਕੇਸਾਂ ਤੋਂ ਪਕੜਨਾ ਨਾ। ਤਗੜੇ ਕਰਕੇ ਹੱਥ, ਕਰੜੇ ਕਰਕੇ ਹੱਥ ਜਦੋਂ ਪਕੜ ਲਿਆ, ਫਿਰ ਕਾਹਦਾ ਰੋਣਾ? ਹੁਣ ਤੂੰ ਰੋਣਾ? ਕਹਿੰਦੇ ਹੁਣ ਕਾਹਦਾ ਰੋਣਾ? ਜਦੋਂ ਰੋਣਾ ਸੀ, ਵਿਰਾਗ ਰੱਖਣਾ ਸੀ ਮਨ ਚ, ਉਦੋਂ ਤਾਂ ਕੀਤਾ ਨਹੀਂ। ਉਦੋਂ ਤਾਂ ਆਪ ਹੁਦਰੀਆਂ ਕਰਦਾ ਰਿਹਾ, ਚਾਗੀਆਂ ਮਾਰ ਮਾਰ ਕੇ ਹੱਸਦਾ ਰਿਹਾ, ਮੇਰੇ ਵਰਗਾ ਕੌਣ ਹੈ? ਉਦੋਂ ਵਿਰਾਗ ਨਹੀਂ ਕੀਤਾ, ਹੁਣ ਕਾਹਦਾ ਰੋਣਾ? ਹੁਣ ਤਾਂ ਹੋ ਗਿਆ ਜੋ ਹੋਣਾ ਸੀ, ਹੁਣ ਤਾਂ ਗਿਆ ਸਮਾਂ, ਹੱਥੋਂ ਨਿਕਲ ਗਿਆ। ਜਿਹੜਾ ਵੇਲਾ ਇੱਕ ਵਾਰੀ ਹੱਥੋਂ ਨਿਕਲ ਗਿਆ, ਹੁਣ ਉਹ ਤਾਂ ਆਉਣਾ ਨਹੀਂ। ਚਲੀ ਗਈ ਇਹ ਕਾਇਆ ਤੇਰੇ ਹੱਥੋਂ। ਇਹ ਮਾਨਵੀ ਜਨਮ ਜੋ ਬੜੀ ਕੀਮਤੀ ਦੁਰਲਭ ਕਾਇਆ ਪਰਮੇਸ਼ਰ ਨੇ ਰਚੀ ਸੀ, ਤੇਰੇ ਹੱਥੋਂ ਲੰਘ ਗਈ ਹੈ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਇਹ ਤਾਂ ਲੰਘ ਗਈ ਤੇਰੇ ਹੱਥੋਂ ਦੁਰਲਭ ਕਾਇਆ, ਬੀਤ ਗਈ। ਹੁਣ ਕਾਹਨੂੰ ਰੋਣਾ? ਜਦੋਂ ਕੋਈ ਬੰਦਾ ਮਾੜਾ ਕੰਮ ਕਰ ਬੈਠੇ, ਸਿਆਣੇ ਲੋਕ ਬੈਠੇ, ਹੁਣ ਰੋਂਦਾ ਹੋਵੇ, ਤੈਨੂੰ ਕਹਿੰਦੇ ਹੁਣ ਕਾਹਨੂੰ ਰੋਣਾ? ਵੀ ਹੁਣ ਤਾਂ ਕਰ ਲਿਆ ਤੂੰ, ਪਹਿਲਾਂ ਸੋਚਦਾ। ਕਬੀਰ ਜੀ ਵੀ ਕਹਿੰਦੇ ਹੁਣ ਤਾਂ ਗਈ ਤੇਰੀ ਕਾਇਆ ਤੇਰੇ ਹੱਥੋਂ, ਜਮਾ ਨੇ ਆ ਕੇ ਪਕੜ ਲਿਆ ਕੇਸਾਂ ਤੋਂ, ਹੁਣ ਕਾਹਦਾ ਰੋਣਾ ਹੋਇਆ? ਜੇ ਰੋਣਾ ਸੀ ਤਾਂ ਪਹਿਲਾਂ ਰੋ ਲੈਂਦਾ, ਪਹਿਲਾਂ ਵਿਰਾਗ ਕਰ ਲੈਂਦਾ ਆਪਣੇ ਹਿਰਦੇ ਵਿੱਚ ਕਿ ਮੈਂ ਮਾੜੇ ਤੇ ਭੈੜੇ ਕਰਮਾਂ ਤੋਂ ਤੋਬਾ ਕਰ ਲਵਾ। ਜੀਵਨ ਕੀ ਆਸ ਕਰਹਿ ਜਮ ਨਿਹਾਰੈ ਸਾਸਾ। ਕਹਿੰਦੇ ਤੂੰ ਜੀਵਨ ਦੀ ਆਸ ਕਰਦਾ ਹੈ, ਜੀਵਨ ਦੀ ਆਸ ਕਰਦਾ ਹੈ, ਜਮ ਨਿਹਾਰੈ ਸਾਸਾ। ਜਮ ਤੇਰੇ ਸਾਹਾਂ ਵੱਲ ਵੇਖ ਰਿਹਾ ਵੀ ਕਿਹੜੇ ਵੇਲੇ ਪੂਰੇ ਹੋਣ ਤੇ ਧਰ ਦਬੋਚਾਂ, ਤੂੰ ਜੀਵਨ ਦੀ ਆਸ ਕਰੀ ਫਿਰਦਾ। ਹਾਲੇ ਬੜੀ ਲੰਮੀ ਜ਼ਿੰਦਗੀ ਹੈ ਜੀ, ਹਾਲੇ ਬੜਾ ਲੰਮਾ ਜੀਵਨ ਹੈ, ਕਿਆ ਜਾਣੀਏ? ਇੱਕਦਮ ਦਾ ਵੀ ਭਰੋਸਾ ਨਹੀਂ। ਇਹ ਭਰਮ ਹੀ ਹੈ ਸਾਡੇ ਹਿਰਦੇ 'ਚ, ਕਿਆ ਜਾਣੀਏ ਕਿਹੜੀ ਉਹ ਜਗ੍ਹਾ ਹੈ ਜਿੱਥੇ ਪਹੁੰਚਣਾ ਤੇ ਸਵਾਸ ਪੂਰੇ ਹੋ ਜਾਣੇ। ਉਹ ਜਗ੍ਹਾ ਨੇ ਸਾਡੇ ਤੱਕ ਚੱਲ ਕੇ ਨਹੀਂ ਆਉਣਾ, ਖੁਦ ਆਪ ਉਸ ਜਗ੍ਹਾ ਤੇ ਪਹੁੰਚ ਜਾਣਾ। ਰੱਬ ਦੇ ਪਿਆਰੇ ਕਹਿੰਦੇ ਆ, ਮਹਾਰਾਜ ਉਹ ਜਗ੍ਹਾ ਤਾਂ ਤੈਂ ਮੁਕਰਰ ਕੀਤੀ ਹੋਈ ਹੈ ਵੀ ਜਿੱਥੇ ਅਸੀਂ ਸਰੀਰ ਤਿਆਗਣਾ, ਕਿਰਪਾ ਕਰੋ ਸਾਡੇ ਤੇ ਤਰਸ ਕਰੋ, ਜਦੋਂ ਪ੍ਰਾਣ ਤਿਆਗੀਏ ਤੁਹਾਡੇ ਦੁਆਰ ਤੇ ਹੋਈਏ। ਸਥਾਨ ਤਾਂ ਹੈ ਹੀ ਹੈ ਜਿੱਥੇ ਸਰੀਰ ਤਿਆਗਿਆ ਜਾਣਾ, ਜਿੱਥੋਂ ਇਹ ਸਵਾਸ ਸੰਪੂਰਨ ਹੋਣ ਜਾਣੇ ਆ। ਮਹਾਰਾਜ ਕਿਰਪਾ ਕਰਿਓ, ਤੁਹਾਡੇ ਦੁਆਰ ਦੇ ਉੱਤੇ ਸਾਡੇ ਪ੍ਰਾਣ ਨਿਕਲ ਜਾਣ, ਦਰਸ਼ਨ ਕਰਦੇ ਆ। ਮਰੋ ਤੋਂ ਹਰ ਕੈ ਦੁਆਰ। ਕਹਿੰਦੇ ਤੂੰ ਜੀਵਨ ਦੀ ਆਸ ਕਰੀ ਫਿਰਦਾ, ਜਮ ਤੇਰੇ ਸਾਹਾਂ ਵੱਲ ਵੇਖ ਰਿਹਾ। ਜਿਵੇਂ ਚੂਹਾ ਉਹ ਆਪ ਹੁਦਰੀਆਂ ਕਰਨ ਨੂੰ ਫਿਰਦਾ, ਬਿੱਲੀ ਖੁੱਡ ਦੇ ਉੱਤੇ ਬੈਠੀ ਵੇਖਦੀ ਰਹਿੰਦੀ ਹੈ। ਏਦਾਂ ਜਮ ਬਿੱਲਾ ਬਣ ਕੇ, ਮੰਜਾਰ ਬਣ ਕੇ ਵੇਖ ਰਿਹਾ। ਇਹ ਸਵਾਸਾਂ ਦੀ ਖੁੱਡ ਦੇ ਵਿੱਚ ਆ, ਉਹ ਨਿਗਾਹ ਉੱਥੇ ਹੀ, ਜਦੋਂ ਨਿਕਲਿਆ ਇਹਨੂੰ ਸਵਾਸਾਂ ਦੀ ਖੁੱਡ ਚੋਂ ਮੈਂ ਧਰ ਦਬੋਚਣਾ। ਜਮ ਤੇਰੇ ਸਾਹਾਂ ਵੱਲ ਵੇਖ ਰਿਹਾ ਹੈ। ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਇਹ ਜਿਹੜਾ ਸੰਸਾਰ ਹੈ, ਇਹ ਪਰਮੇਸ਼ਰ ਰੂਪੀ ਬਾਜੀਗਰ ਦੀ ਪਾਈ ਹੋਈ ਬਾਜੀ, ਇਹ ਉਹਦੀ ਬਾਜੀਗਰੀ ਹੈ। ਚੇਤ ਉਸ ਵਾਹਿਗੁਰੂ ਨੂੰ ਤੇ ਆਪਣਾ ਪਾਸਾ ਢਾਲ। ਜਿਵੇਂ ਚੌਪੜ ਦੀ ਖੇਡ ਖੇਡਦਿਆਂ ਪਾਸਾ ਢਾਲਦੇ ਆ ਨਾ, ਏਦਾਂ ਪਾਸਾ ਢਾਲ ਔਰ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਲੈ। ਇਹ ਵਾਹਿਗੁਰੂ ਪਰਮੇਸ਼ਰ ਨੇ ਬਾਜੀਗਰੀ ਪਾਈ ਹੋਈ ਹੈ, ਇਹ ਬਾਜੀ ਹੈ, ਮਨੁੱਖਾ ਜਨਮ ਬਾਜੀ। ਇਹਨੂੰ ਜਿੱਤਣ ਦਾ ਯਤਨ ਕਰ, ਪਾਸਾ ਢਾਲਣਾ ਸਿੱਖ। ਜਿਹੜੇ ਪਾਸਾ ਢਾਲਣਾ ਸਿੱਖ ਲੈਂਦੇ ਆ, ਉਹ ਆਪਣੀ ਬਾਜੀ ਨੂੰ ਜਿੱਤ ਲੈਂਦੇ ਆ।
ਕਹਿੰਦੇ ਆ ਸ਼ਕੂਨੀ ਨੂੰ ਪਾਸਾ ਢਾਲਣਾ ਆਉਂਦਾ ਸੀ। ਕੈਰਵਾਂ ਦਾ ਮਾਮਾ ਹੈ, ਉਹਨੂੰ ਪਾਸਾ ਢਾਲਣਾ ਆਉਂਦਾ ਸੀ। ਐਸਾ ਪਾਸਾ ਢਾਲਿਆ ਕਿ ਪਾਂਡਵ ਸਭ ਕੁਝ ਹਾਰ ਗਏ। ਹੈ ਤਾਂ ਵਿਦਿਆ ਹੀ ਸੀ ਨਾ। ਜੇ ਤੈਨੂੰ ਵੀ ਤੇਰੀ ਇਸ ਜ਼ਿੰਦਗੀ ਦਾ ਪਾਸਾ ਢਾਲਣਾ ਆ ਜਾਏ ਤੇ ਤੂੰ ਆਪਣੀ ਇਸ ਬਾਜੀ ਨੂੰ ਜਿੱਤ ਸਕਦਾ। ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ, ਗੁਰੂ ਉਪਦੇਸ਼ ਦੀ ਕਮਾਈ ਕਰਕੇ ਤੂੰ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਸਕਦਾ। ਹੋਰ ਕੋਈ ਤਰੀਕਾ ਨਹੀਂ ਹੈ।